ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸਾਰੀਆਂ ਸਟੇਟਾਂ ਦੇ ਰਿਪਰੈਜ਼ੈਂਟੇਟਿਵ, ਪੰਜਾਬ ਤੋਂ ਸੱਜਣ, ਸਪੈਸ਼ਲੀ ਉਹ ਵੀਰ ਜਿਹੜੇ ਹਿਊਮਨ ਰਾਈਟਸ ਦੇ ਲਈ ਕੰਮ ਕਰਦੇ ਨੇ, ਉਹਨਾਂ ਸਾਰਿਆਂ ਨੂੰ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਮਾਨ ਸਾਹਿਬ ਨੇ ਦੱਸਿਆ ਕਿ ਇਹਦੀ ਮਹੱਤਤਾ ਕੀ ਹੈ। ਅੱਜ ਦਾ ਦਿਨ ਸਾਰੀ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਦੇ ਤੌਰ ਦੇ ਉੱਤੇ ਮਨਾਇਆ ਜਾਂਦਾ ਹੈ। ਸਾਰੇ ਦੇਸ਼ਾਂ ਦੇ ਵਿੱਚ ਉੱਥੋਂ ਦੀਆਂ ਪੋਲੀਟੀਕਲ ਪਾਰਟੀਜ਼, ਉੱਥੋਂ ਦੇ ਹਿਊਮਨ ਰਾਈਟਸ ਦੇ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਵੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੁੰਦੀ ਹੈ ਉਹਨੂੰ ਮਤਲਬ ਲੋਕਾਂ ਦੇ ਅੱਗੇ ਪੇਸ਼ ਕੀਤਾ ਜਾਂਦਾ ਹੈ ਅਤੇ ਦੂਜੇ ਦੇਸ਼ਾਂ ਦੇ ਵਿੱਚ ਜਿਹੜੀ ਕੋਈ ਵੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੁੰਦੀ ਹੈ ਉਹਦੀ ਗੱਲ ਹੈ ਜਿਹੜੀ ਉਹ ਕੀਤੀ ਜਾਂਦੀ ਹੈ। ਸੋ ਅਸੀਂ ਦਲ ਖਾਲਸਾ ਇਸ ਦਿਨ ਨੂੰ 7-8 ਸਾਲ ਤੋਂ ਮਨਾਉਂਦਾ ਆ ਰਿਹਾ ਹੈ, ਇੰਟਰਨੈਸ਼ਨਲ ਹਿਊਮਨ ਰਾਈਟਸ ਡੇ। ਪਿਛਲੇ ਸਾਲ ਵੀ ਅਸੀਂ ਅੰਮ੍ਰਿਤਸਰ ਦੇ ਵਿੱਚ ਮਨਾਇਆ ਸੀਗਾ। ਇਹ ਸਾਰੇ ਜਿੰਨੇ ਵੀ ਵੀਰ ਅੱਜ ਬੈਠੇ ਨੇ ਸਟੇਜ ਦੇ ਉੱਤੇ, ਨਾਗਾਲੈਂਡ ਤੋਂ, ਤਾਮਿਲਨਾਡੂ ਤੋਂ, ਉਹ ਸਾਰੇ ਹੀ ਉੱਥੇ ਉਸ ਪ੍ਰੋਗਰਾਮ ਦੇ ਵਿੱਚ ਪਿਛਲੇ ਸਾਲ ਜਿਹੜਾ ਮਨਾਇਆ ਸੀ ਉਹਦੇ ਵਿੱਚ ਆਏ ਸੀਗੇ। ਸੋ ਅੱਜ ਦਾ ਦਿਨ ਹਿੰਦੁਸਤਾਨ ਲਈ, ਭਾਰਤ ਲਈ, ਸਾਡੇ ਲਈ ਤਾਂ ਉਹ ਜ਼ਿਆਦਾ ਮਹੱਤਵ ਰੱਖਦਾ ਹੈ ਕਿ ਜਿੰਨੀ ਵਾਇਲੇਸ਼ਨ ਹੈ ਜਿਹੜੀ ਹਿਊਮਨ ਰਾਈਟਸ ਦੀ, ਉਹ ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਹੁੰਦੀ ਹੈ। ਸ਼ਾਇਦ ਹੀ ਕਿਸੇ ਹੋਰ ਦੇਸ਼ ਦੇ ਵਿੱਚ ਇੰਨੀ ਵਾਇਲੇਸ਼ਨ ਹੈ ਜਿਹੜੀ ਉਹ ਹਿਊਮਨ ਰਾਈਟਸ ਦੀ ਹੁੰਦੀ ਹੋਵੇਗੀ। ਅੱਜ ਦਾ ਦਿਨ ਅਸੀਂ ਜਿਹੜੇ ਕੈਦੀ ਕਾਫੀ ਲੰਬੇ ਸਮੇਂ ਤੋਂ 27-28 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਆ, ਔਰ ਹਿੰਦੁਸਤਾਨ ਦੀ ਸਰਕਾਰ ਹੈ ਜਿਹੜੀ ਉਹਨਾਂ ਨੂੰ ਇੰਨਾ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਨਹੀਂ ਛੱਡ ਰਹੀ। ਸਪੈਸ਼ਲੀ ਉਹਨਾਂ ਨੂੰ ਜਿਹੜੇ ਆ ਮਾਈਨੋਰਟੀਜ਼ ਨੂੰ ਬਿਲੋਂਗ ਕਰਦੇ ਆ, ਜਿਹੜੇ ਬੰਦੇ ਦੂਸਰੀਆਂ ਕੌਮ ਨੂੰ ਬਿਲੋਂਗ ਕਰਦੇ ਆ, ਹਿੰਦੂ ਕੌਮ ਨੂੰ ਬਿਲੋਂਗ ਕਰਦੇ ਆ, ਮੈਂ ਕਹੂੰਗਾ ਉਹਨਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਤੋਂ ਵੀ ਪਹਿਲਾਂ ਜਿਹੜਾ ਪਰੋਲ ਦੇ ਦਿੱਤੀ ਜਾਂਦੀ ਹੈ ਅਤੇ ਛੱਡ ਦਿੱਤਾ ਜਾਂਦਾ ਹੈ। ਸਾਡੀ ਤਾਂ ਸਭ ਤੋਂ ਵੱਡੀ ਹੈ ਕਿ ਸਾਡੇ ਤਾਂ ਬੰਦੇ ਵੀ ਦੂਜੀਆਂ ਸਟੇਟਾਂ ਦੇ ਵਿੱਚ ਇਹਨਾਂ ਨੇ ਭੇਜੇ ਹੋਏ ਆ, ਉੱਥੇ ਜੇਲ੍ਹਾਂ ਕੱਟ ਰਹੇ ਆ, ਜਿਵੇਂ ਕਿ ਜਗਤਾਰ ਸਿੰਘ ਹਵਾਰਾ ਹੋਣੀ, ਜੱਗੀ ਜੌਹਲ, ਸਾਰੇ ਦਿੱਲੀ ਦੇ ਵਿੱਚ ਬੈਠੇ ਆ, ਔਰ ਉਹਨਾਂ ਨੂੰ ਪੰਜਾਬ ਤੱਕ ਨਹੀਂ ਭੇਜਿਆ ਜਾ ਰਿਹਾ। ਦਿੱਲੀ ਦੇ ਵਿੱਚ ਉਹਨਾਂ ਦਾ ਕੋਈ ਕੇਸ ਨਹੀਂ ਹੈ। ਸੋ ਇੱਥੋਂ ਤੱਕ ਹਿਊਮਨ ਰਾਈਟਸ ਦੀ ਜਿਹੜੀ ਵਾਇਲੇਸ਼ਨ ਹੈ ਉਹ ਹੁੰਦੀ ਹੈ। ਹੋਰ ਜਿਹੜੀਆਂ ਬਹੁਤ ਪੱਖ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਉੱਤੇ ਸਾਡੇ ਹਿੰਦੁਸਤਾਨ ਦੀ ਸਰਕਾਰ ਹੈ ਜਿਹੜੀ ਉਹ ਸਾਡੇ ਹੱਕਾਂ ਨੂੰ ਖੋਹ ਰਹੀ ਹੈ। ਪੰਜਾਬ ਦੇ ਵਿੱਚ ਸਪੈਸ਼ਲੀ ਪੰਜਾਬ ਦੇ ਵਿੱਚ ਪਾਣੀ ਦੀ ਗੱਲ ਹੈ, ਪਾਣੀ ਦੇ ਨਾਲ ਹਿਊਮਨ ਰਾਈਟਸ ਜਿਹੜੀ ਵਾਇਲੇਸ਼ਨ ਹੈ, ਸਾਡੇ ਸਾਰੇ ਪੰਜਾਬ ਦੇ ਲੋਕਾਂ ਦੀ ਵਾਇਲੇਸ਼ਨ ਹੈ ਕਿ ਪੰਜਾਬ ਦੇ ਵਿੱਚ ਪਾਣੀ ਰਿਪੇਰੀਅਨ ਲਾ ਹੈ ਜਿਹੜਾ ਉਹਨੂੰ ਅੱਖੋਂ ਪਰੋਖੇ ਕਰਕੇ ਪੰਜਾਬ ਦਾ ਪਾਣੀ ਹੈ ਜਿਹੜਾ ਉਹ ਲੁੱਟਿਆ ਜਾ ਰਿਹਾ। ਉਸ ਪਾਣੀ ਤੱਕ ਦਾ ਕੋਈ ਵੀ ਦਾਨਾ ਜਿਹੜਾ ਆ ਉਹ ਪੰਜਾਬ ਨੂੰ ਨਹੀਂ ਮੋੜਿਆ ਜਾ ਰਿਹਾ। ਪੰਜਾਬ ਦੇ ਜਿਹੜੇ ਵਿਸ਼ੇ ਸਾਡੇ ਹਿੰਦੁਸਤਾਨ ਦੇ ਨਹੀਂ, ਪੰਜਾਬ ਦੀ ਸਟੇਟ ਦੇ ਨੇ, ਉਹਨਾਂ ਵਿਸ਼ਿਆਂ ਨੂੰ ਉਲੰਘ ਕੇ ਹਿੰਦੁਸਤਾਨ ਦੀਆਂ ਏਜੰਸੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਆਪਣਾ ਰੋਲ ਹੈ ਅਦਾ ਕਰਦੀਆਂ ਨੇ। ਪਿੱਛੇ ਇਹਨਾਂ ਨੇ NII ਬਣਾਈ ਹੈ ਜਿਹੜੀ ਕਿ ਜਿਹੜੇ ਕੁਛ ਕੇਸ ਜਿਹੜੀ ਉਹ ਹਿੰਦੁਸਤਾਨ ਦੀ ਸਰਕਾਰ ਹੈ ਜਿਹੜੀ ਉਹ ਸਿੱਧੀ ਆਪਣੇ ਹੱਥ ਦੇ ਵਿੱਚ ਲੈ ਲੈਂਦੀ ਹੈ ਔਰ NIA ਨੂੰ ਦੇ ਦਿੰਦੀ ਹੈ, ਔਰ NIA ਉਸ ਕੇਸਾਂ ਨੂੰ ਦੇਖਦੀ ਹੈ ਅਤੇ ਸਜ਼ਾਵਾਂ ਦਿਵਾਉਂਦੀ ਹੈ। ਜੱਗੀ ਜੌਹਲ ਹੋਣੀ ਦਾ ਕੇਸ ਹੈ ਜਿਹੜਾ ਉਹ ਸਾਰੇ ਵੀਰਾਂ ਦਾ NIA ਦੇਖ ਰਹੀ ਹੈ ਔਰ ਉਹਨੂੰ ਦਿੱਲੀ ਦੇ ਵਿੱਚ ਸ਼ਿਫਟ ਕੀਤਾ ਹੋਇਆ। ਸੋ ਕਹਿਣ ਦਾ ਭਾਵ ਹੈ ਕਿ ਬਹੁਤ ਪੱਖਾਂ ਤੋਂ ਪੰਜਾਬ ਦੇ ਵਿਸ਼ਿਆਂ ਦੇ ਵਿੱਚ ਹੈ ਜਿਹੜੀ ਉਹ ਦਿੱਲੀ ਦੀ ਸਰਕਾਰ ਹੈ ਜਿਹੜੀ ਆਪਣੀਆਂ ਏਜੰਸੀਆਂ ਦੇ ਰਾਹੀਂ ਜਿਹੜੀ ਮੈਨੀਪੂਲੇਟ ਕਰ ਰਹੀ ਹੈ। ਔਰ ਆਹ ਪਿੱਛੇ ਜੇ ਤੁਸੀਂ ਪੜ੍ਹਿਆ ਹੋਣਾ ਕਿ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਕਿ ਜਿੰਨੀ ਪੰਜਾਬ ਦੇ ਬਾਰਡਰ ਹੈ, ਪੰਜਾਬ ਦਾ ਬਾਰਡਰ ਹੈ, ਉਹਦੇ 70 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿਹੜੀ ਵਾਟਰ ਸਿਕਿਉਰਿਟੀ ਫੋਰਸ ਹੈ ਉਹ ਕੰਮ ਕਰੇਗੀ, ਔਰ ਬਾਰਡਰ ਸਿਕਿਉਰਿਟੀ ਫੋਰਸ ਕਿਸੇ ਨੂੰ ਵੀ ਫੜ ਸਕਦੀ ਹੈ, ਕਿਸੇ ਦੀ ਪੁੱਛ ਪੜਤਾਲ ਕਰ ਸਕਦੀ ਹੈ। ਜਦੋਂ ਕਿ ਇਹ ਵਿਸ਼ਾ ਜਿਹੜਾ ਆ ਇਹ ਪੰਜਾਬ ਗੌਰਮੈਂਟ ਦਾ ਹੈ। ਪੰਜਾਬ ਗੌਰਮੈਂਟ ਦੀ ਉਹਨੇ ਦੇਖਣਾ ਵੀ ਕਿਸ ਤਰੀਕੇ ਨਾਲ ਉਹਨਾਂ ਨੇ ਆਪਣਾ ਗ੍ਰਹਿ ਵਿਭਾਗ ਹੈ ਜਿਹੜਾ ਉਹ ਚਲਾਉਣਾ ਹੈ,
ਤੇ ਪੰਜਾਬ ਸਟੇਟ ਨੂੰ ਚਲਾਉਣਾ ਹੈ। ਔਰ ਦੂਜੀਆਂ ਸਟੇਟਾਂ ਜੰਮੂ ਕਸ਼ਮੀਰ ਦੇ ਰਿਪਰੈਜ਼ੈਂਟੇਟਿਵ ਇੱਥੇ ਬੈਠੇ ਨੇ। ਜੰਮੂ ਕਸ਼ਮੀਰ ਦੇ ਵਿੱਚ ਪਿਛਲੇ ਸਾਲ ਇਹਨਾਂ ਨੇ 370 ਦਫਾ ਨੂੰ ਜਿਹੜੀ ਕਿ ਉਹਨਾਂ ਨੂੰ ਵੱਧ ਅਧਿਕਾਰ ਦਿੰਦੀ ਸੀ ਉਹਨੂੰ ਖਾਰਜ ਕੀਤਾ ਔਰ ਉਹਨੂੰ ਇੱਕ ਚੰਡੀਗੜ੍ਹ ਵਰਗਾ ਦਰਜਾ ਜਿਹੜਾ ਉਹ ਦੇ ਦਿੱਤਾ ਹੈ, ਸਾਰੇ ਜੰਮੂ ਕਸ਼ਮੀਰ ਨੂੰ ਸਟੇਟ ਬਣਾ ਦਿੱਤਾ ਹੈ। ਸੋ ਇੱਦਾਂ ਦੀਆਂ ਨੋਟੀਫਿਕੇਸ਼ਨ, ਇੱਦਾਂ ਦੇ ਜਿਹੜੇ ਗੱਲਾਂ ਨੇ ਉਹ ਪੰਜਾਬ ਹਿੰਦੁਸਤਾਨ ਦੀ ਗੌਰਮੈਂਟ ਹੈ ਜਿਹੜੀ ਉਹ ਕਰਦੀ ਹੀ ਰਹਿੰਦੀ ਹੈ। ਸੋ ਬਾਕੀ ਸਾਰੇ ਲੋਕ ਜਿੰਨੇ ਵੀ ਅੱਜ ਆਏ ਨੇ, ਜਿਹੜੇ ਇਨਵਾਈਟ ਅਸੀਂ ਕੀਤੇ ਨੇ, ਉਹ ਆਪਣੇ ਆਪਣੇ ਵਿਸ਼ਿਆਂ ਦੇ ਉੱਤੇ ਪੰਜਾਬ ਦੇ ਵਿੱਚ ਇੱਥੇ ਸਾਡੇ ਨਾਲ ਸਾਂਝ ਪਾ ਕੇ ਆਪਣੇ ਨਾਗਾਲੈਂਡ ਦੀ, ਤਾਮਿਲਨਾਡੂ ਦੀ, ਉਹਨਾਂ ਸਟੇਟਾਂ ਦੇ ਵਿੱਚ ਕਿਸ ਤਰੀਕੇ ਨਾਲ ਹਿਊਮਨ ਰਾਈਟਸ ਦੀ ਜਿਹੜੀ ਵਾਇਲੇਸ਼ਨ ਹੈ ਉਹ ਹੁੰਦੀ ਹੈ, ਉਹ ਆਪ ਜੀ ਦੇ ਨਾਲ ਸਾਂਝ ਹੈ ਜਿਹੜੀ ਉਹ ਪਾਉਣਗੇ। ਮੈਂ ਇਸ ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਵਿੱਚ ਅਸੀਂ ਆਪਣੇ ਵੱਲੋਂ ਸੁਜੈਸ਼ਨ ਦਿੰਦੇ ਹਾਂ ਕਿ ਇੱਕ ਬੜਾ ਮਹੱਤਵਪੂਰਨ ਵਿਸ਼ਾ ਬਣ ਗਿਆ ਹੈ, ਕਿਉਂਕਿ ਦੇਸ਼ਾਂ ਦੀ ਜਿਹੜੀ ਦਰਜਾਬੰਦੀ ਹੈ ਉਹ ਵੀ ਹਿਊਮਨ ਰਾਈਟਸ ਦੇ ਬੇਸ 'ਤੇ ਹੁੰਦੀ ਹੈ ਵੀ ਕਿਸ ਦੇਸ਼ ਦੇ ਵਿੱਚ ਕਿੰਨੀ ਹਿਊਮਨ ਰਾਈਟਸ ਵਾਇਲੇਸ਼ਨ ਹੈ ਜਿਹੜੀ ਹੋਈ ਹੈ, ਉਸ ਦੇਸ਼ ਦਾ ਕਿਹੜਾ ਦਰਜਾ ਬਣਦਾ ਹੈ ਹਿਊਮਨ ਰਾਈਟਸ ਵਾਇਲੇਸ਼ਨ ਦੇ ਦਰਜਬੰਦੀ ਦੇ ਵਿੱਚ। ਸੋ ਅੱਜ ਇਸ ਹਿਊਮਨ ਰਾਈਟਸ ਦੇ ਵਿਸ਼ੇ ਨੂੰ ਚੰਗੀ ਤਰ੍ਹਾਂ ਸਾਨੂੰ ਸਮਝਣਾ ਚਾਹੀਦਾ। ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ, ਸਾਡੇ ਯੂਨੀਵਰਸਿਟੀਆਂ ਦੇ ਸਟੂਡੈਂਟ, ਸਾਡੇ ਕਾਲਜਾਂ ਦੇ ਸਟੂਡੈਂਟ ਇਸ ਵਿਸ਼ੇ ਨੂੰ, ਹਿਊਮਨ ਰਾਈਟਸ ਦੇ ਵਿਸ਼ੇ ਨੂੰ ਉਹਨਾਂ ਨੂੰ ਪੜ੍ਹਨਾ ਚਾਹੀਦਾ ਔਰ ਉਹਨੂੰ ਪਤਾ ਹੋਣਾ ਚਾਹੀਦਾ ਵੀ ਉਹ ਕਿਹੜੇ ਵਿਸ਼ੇ ਨੇ, ਉਹ ਕਿਹੜਾ ਚਾਰਟਰ ਹੈ ਜਿਹੜਾ ਅੱਜ ਦੇ ਦਿਨ 10 ਦਸੰਬਰ 1948 ਨੂੰ ਲਾਗੂ ਕੀਤਾ ਗਿਆ ਸੀ। ਤਾਂ ਕਰਕੇ ਜਿਹੜੀ ਇਸ ਦਿਨ ਦੀ ਅੱਜ ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਤੌਰ ਦੇ ਉੱਤੇ ਮਹੱਤਤਾ ਹੈ। ਸੋ ਇਸ ਵਿਸ਼ੇ ਦੀ ਮਹੱਤਤਾ ਨੂੰ ਵਧਾਉਣ ਦੇ ਲਈ, ਮਹੱਤਵਪੂਰਨ ਹੋਣ ਦੇ ਕਰਕੇ ਯੂਨੀਵਰਸਿਟੀਆਂ ਨੂੰ, ਕਾਲਜਾਂ ਦੇ ਨੂੰ ਹਿਊਮਨ ਰਾਈਟਸ ਦਾ ਜਿਹੜਾ ਵਿਸ਼ਾ ਉਹ ਲਾਗੂ ਕਰਨਾ ਚਾਹੀਦਾ। ਇਹਦੀ ਇੱਕ ਪੀਰੀਅਡ ਪੜ੍ਹਾਈ ਹੋਣੀ ਚਾਹੀਦੀ ਹੈ। ਦੂਜੀਆਂ ਦੇਸ਼ਾਂ ਦੇ ਵਿੱਚ ਹਿਊਮਨ ਰਾਈਟਸ ਦਾ ਵਿਸ਼ਾ ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ, ਸਕੂਲਾਂ ਦੇ ਵਿੱਚ ਪੜ੍ਹਾਇਆ ਜਾਂਦਾ ਤਾਂ ਕਿ ਉੱਥੋਂ ਦੇ ਨਾਗਰਿਕਾਂ ਨੂੰ ਇਹ ਜਾਣਕਾਰੀ ਹੋਵੇ ਕਿ ਉਹਦੇ ਕਿਹੜੇ ਇੱਦਾਂ ਦੇ ਫੰਡਾਮੈਂਟਲ ਰਾਈਟਸ ਨੇ ਜਿਨ੍ਹਾਂ ਦੀ ਵਾਇਲੇਸ਼ਨ ਹੁੰਦੀ ਹੈ ਔਰ ਉਹਨਾਂ ਦੀ ਵਾਇਲੇਸ਼ਨ ਅਸੀਂ ਕਿਵੇਂ ਰੋਕਣੀ ਹੈ। ਇਹ ਸਾਰੀ ਪੜ੍ਹਾਈ ਹੈ ਜਿਹੜੀ ਉੱਥੋਂ ਦੀ ਯੂਨੀਵਰਸਿਟੀਆਂ ਦੇ ਵਿੱਚ ਕਰਾਈ ਜਾਂਦੀ ਹੈ। ਸਾਨੂੰ ਅੱਜ ਦੇ ਦਿਨ ਇਸ ਦੀ ਮਹੱਤਤਾ ਨੂੰ ਦੇਖਦੇ ਹੋਏ ਸਾਨੂੰ ਇਹ ਗੱਲ ਪਹੁੰਚਣੀ ਚਾਹੀਦੀ ਹੈ, ਆਪਣੇ ਦੇਸ਼ ਤੱਕ ਪਹੁੰਚਾਉਣੀ ਚਾਹੀਦੀ ਹੈ, ਯੂਨੀਵਰਸਿਟੀਆਂ ਤੱਕ ਪਹੁੰਚਾਉਣੀ ਚਾਹੀਦੀ ਹੈ, ਕਾਲਜਸ ਤੱਕ ਪਹੁੰਚਾਉਣੀ ਚਾਹੀਦੀ ਹੈ ਕਿ ਹਿਊਮਨ ਰਾਈਟਸ ਦਾ ਜਿਹੜਾ ਵਿਸ਼ਾ ਹੈ ਉਹ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਜਿਹੜੇ ਆਪਣੇ ਸਟੂਡੈਂਟ ਨੇ, ਆਪਣੀ ਆਉਣ ਵਾਲੀ ਜਨਰੇਸ਼ਨ ਹੈ, ਉਹ ਇਸ ਵਿਸ਼ੇ ਨੂੰ ਪੜ੍ਹ ਕੇ ਇਸ ਗੱਲ ਦੀ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਕਿਹੜੇ ਹਿਊਮਨ ਰਾਈਟਸ ਦੇ ਜਿਹੜੇ ਰਾਈਟ ਨੇ ਜਿਹੜੇ ਕਿ ਵਾਇਲੇਟ ਹੋ ਰਹੇ ਨੇ। ਸੋ ਇੱਦਾਂ ਦੇ ਜਿਹੜੇ ਕੋਰਸਿਸ ਨੇ ਉਹ ਯੂਨੀਵਰਸਿਟੀਆਂ ਦੇ ਵਿੱਚ ਕਰਾਉਣੇ ਚਾਹੀਦੇ ਆ ਸਾਨੂੰ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਸਕੇ। ਸੋ ਮੈਂ ਅੱਜ ਫਿਰ I welcome all representatives from the different states and thanks to the guy who came here to participate in this meetings. So I again welcome to the all guys. Thank you. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।